ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਰੋਜ਼ਮਰਾ ਦੀ ਤਰ੍ਹਾਂ ਤੂੰ ਸਾਨੂੰ ਆਪਣਾ ਬਲ ਦੇ ਕੇ ਆਪਣੇ ਵਚਨ ਨੂੰ ਸਿੱਖਣ ਦੇ ਲਈ ਸਾਡੀ ਮਦਦ ਕਰਦਾ ਹੈ। ਤੂੰ ਚਾਹੁੰਦਾ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜੋ ਸਾਡੀ ਆਤਮਾ ਦੀ ਖੁਰਾਕ ਹੈ, ਜੋ ਆਤਮਾ ਦੇ ਲਈ ਲੋੜੀਂਦੀ ਹੈ, ਉਸ ਨੂੰ ਆਪਣੇ ਵਚਨ ਦੇ ਰਾਹੀਂ ਸਾਡੀ ਆਤਮਾ ਦੀ ਤ੍ਰਿਪਤੀ ਦੇ ਲਈ ਸਾਨੂੰ ਦੇਵੇ। ਉਹ ਤੂੰ ਦਿੰਦਾ ਹੈ। ਇਸ ਲਈ ਅੱਜ ਜੋ ਤੂੰ ਆਪਣੇ ਵਚਨ ਨੂੰ ਸਾਡੀ ਆਤਮਿਕ ਉੱਨਤੀ ਦੇ ਲਈ ਦੇਣ ਜਾ ਰਿਹਾ ਹੈ, ਉਸ ਦੇ ਰਾਹੀਂ ਸਾਨੂੰ ਤੇਰੀ ਮਹਿਮਾ ਔਰ ਤੇਰੀ ਵਡਿਆਈ ਕਰਨ ਦੇ ਲਈ ਬਲ ਮਿਲੇ, ਔਰ ਤੇਰੀ ਜਿਉਂਦੀ ਆਸ ਦੇ ਵਿੱਚ ਅਸੀਂ ਦਿਨ ਪ੍ਰਤੀ ਦਿਨ ਤੇਰੇ ਵਿੱਚ ਵਧਦੇ ਜਾਈਏ, ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋਵੇ। ਪਰਮੇਸ਼ਰ ਪਿਤਾ, ਇਸ ਵਚਨ ਨੂੰ ਸੁਣਨ ਵਾਲੇ ਅਤੇ ਪਰਮੇਸ਼ਰਤਾ ਬੋਲਣ ਵਾਲੇ ਦੋਨਾਂ ਨੂੰ ਆਪਣੀ ਸਮਰੱਥ ਦੇ, ਔਰ ਆਪਣੇ ਵਚਨ ਦੇ ਭੇਤਾਂ ਨੂੰ ਪਰਮੇਸ਼ਰਤਾ ਸਾਡੇ ਵਿੱਚ ਖੁੱਲ੍ਹਣ ਦੇ ਲਈ ਆਪਣੀ ਆਤਮਾ ਦੀ ਬੁੱਧੀ ਦੇ, ਤਾਂ ਕਿ ਅਸੀਂ ਤੇਰੇ ਭੇਤਾਂ ਨੂੰ ਸਮਝ ਕੇ ਤੇਰੇ ਵਿੱਚ ਭਰਪੂਰ ਹੋ ਕੇ ਤੇਰੇ ਨਾਮ ਨੂੰ ਉੱਚਾ ਕਰ ਸਕੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਹੈ ਉਹ ਵਿਵਸਥਾ ਸਾਰ ਦੀ ਪੁਸਤਕ, ਉਸ ਦਾ 24 ਅਧਿਆਏ, ਉਸ ਦੀ 19 ਤੋਂ ਲੈ ਕੇ 22 ਆਇਤਾਂ ਤੱਕ ਮੈਂ ਲਿਆ ਹੈ। ਇੱਥੇ ਲਿਖਿਆ ਹੈ, ਜਦ ਤੂੰ ਆਪਣੀ ਪੈਲੀ ਵਿੱਚ ਫਸਲ ਵੱਢੇ ਅਤੇ ਤੂੰ ਕੋਈ ਉੱਥੇ ਲਾਗਾਂ ਭੁੱਲ ਜਾਵੇ ਤਾਂ ਉਸ ਨੂੰ ਲੈਣ ਨੂੰ ਨਾ ਮੋੜੀ, ਪਰ ਪਰਦੇਸੀ, ਯਤੀਮ ਅਤੇ ਵਿਧਵਾ ਦੇ ਲਈ ਹੋਵੇਗਾ, ਤਾਂ ਜੋ ਯਹੋਵਾ ਤੇਰਾ ਪਰਮੇਸ਼ਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ। ਜਦ ਤੂੰ ਆਪਣੇ ਜੈਤੂਨ ਦੇ ਵਰਿਕਸ਼ਾਂ ਨੂੰ ਝਾੜੇ ਤਾਂ ਤੂੰ ਮਗਰੋਂ ਉਸ ਦੀਆਂ ਟਹਿਣੀਆਂ ਨੂੰ ਨਾ ਝਾੜੀ, ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ। ਜਦ ਤੂੰ ਆਪਣੇ ਬਾਗ ਦੇ ਅੰਗੂਰ ਇਕੱਠੇ ਕਰੇ ਤਾਂ ਮਗਰੋਂ ਉਸ ਦੇ ਸਾਰੇ ਗੁੱਛੇ ਨਾ ਤੋੜੀ, ਉਹ ਪਰਦੇਸੀ ਅਤੇ ਯਤੀਮ ਅਤੇ ਵਿਧਵਾ ਦੇ ਲਈ ਰਹਿਣ ਦੇਵੀਂ। ਚੇਤੇ ਰੱਖੀਂ ਕਿ ਤੂੰ ਮਿਸਰ ਵਿੱਚ ਗੁਲਾਮ ਸੀ, ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਹ ਕੰਮ ਕਰੀਂ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਪਰਮੇਸ਼ਰ ਸਭ ਨੂੰ ਦਿੰਦਾ ਹੈ, ਪਰ ਕਿਵੇਂ? ਪਰਮੇਸ਼ਰ ਸਭ ਨੂੰ ਦਿੰਦਾ ਹੈ, ਪਰ ਕਿਵੇਂ? ਇਸ ਚੈਪਟਰ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸੱਚਮੁੱਚ ਸਾਨੂੰ ਪਤਾ ਲੱਗਦਾ ਹੈ ਪਰਮੇਸ਼ਰ ਹਰ ਇੱਕ ਵਿਅਕਤੀ ਦੇ ਲਈ ਇੰਤਜ਼ਾਮ ਕਰਕੇ ਰੱਖਦਾ ਹੈ। ਕੁਝ ਵੀ ਉਸ ਦੇ ਕੋਲੋਂ ਛੁਪਿਆ ਹੋਇਆ ਨਹੀਂ। ਮੈਂ ਜਦੋਂ ਛੋਟਾ ਹੁੰਦਾ ਸਾਂ, ਆਪਣੇ ਖੇਤਾਂ ਦੇ ਵਿੱਚ, ਆਪਣੀਆਂ ਪੈਲੀਆਂ ਦੇ ਵਿੱਚ ਜਾਂਦਾ ਸਾਂ, ਉੱਥੋਂ ਜਦੋਂ ਫਸਲ ਵੱਢ ਲੈਂਦੇ ਸਾਂ ਤਾਂ ਉਸ ਦੇ ਵਿੱਚ ਸਾਨੂੰ ਉਸ ਦੇ ਗਿਰੇ ਹੋਏ ਸੱਟਿਆਂ ਨੂੰ ਚੁਗਣ ਦਾ ਸਾਨੂੰ ਸਾਡੇ ਮਾਪਿਆਂ ਨੇ ਮਨ੍ਹਾ ਕੀਤਾ ਹੋਇਆ ਸੀ। ਅਗਰ ਕੋਈ ਚੁਗਦਾ ਸੀ ਤਾਂ ਅਸੀਂ ਉਹਨੂੰ ਕੋਈ ਰੋਕਦੇ ਨਹੀਂ ਸੀ। ਸਾਨੂੰ ਇਹ ਸਮਝ ਨਹੀਂ ਸੀ ਆਉਂਦਾ ਇਹ ਕਿਉਂ ਇਸ ਤਰ੍ਹਾਂ ਕਰ ਰਹੇ, ਔਰ ਇਹ ਕਾਹਦੇ ਲਈ ਹੈ, ਕਿਸ ਲਈ ਹੈ। ਅਸੀਂ ਪੂਰੀ ਫਸਲ ਨੂੰ 6 ਸਾਲ ਬੀਜਦੇ ਸੀ, 1 ਸਾਲ ਉਸ ਨੂੰ ਛੱਡ ਦਿੰਦੇ ਸੀ, ਔਰ ਇਹ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਕਿਉਂ ਹੈ, ਕਾਹਤੇ ਹੈ, ਕਿਸ ਲਈ ਹੈ, ਇਸ ਦਾ ਮਕਸਦ ਕੀ ਹੈ, ਇਸ ਦਾ ਅਰਥ ਕੀ ਹੈ। ਜਦੋਂ ਹੁਣ ਅਸੀਂ ਬਾਈਬਲ ਦੇ ਕੋਲ ਆਏ ਹਾਂ, ਬਾਈਬਲ ਨੂੰ ਇਹ ਪੜ੍ਹਨਾ ਸ਼ੁਰੂ ਕੀਤਾ ਹੈ, ਤਾਂ ਮੈਨੂੰ ਇਹ ਗੱਲ ਸਮਝ ਆਈ ਹੈ। ਗੁਰਬਾਣੀ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਨਹੀਂ ਪੜ੍ਹਿਆ, ਪਰ ਗੁਰਬਾਣੀ ਦੇ ਵਿੱਚ ਦਸਵੰਧ ਦੇ ਬਾਰੇ ਜ਼ਰੂਰ ਪੜ੍ਹਦੇ ਸੀ। ਪਰ ਇਹ ਜੋ ਗੱਲਾਂ ਇੱਥੇ ਲਿਖੀਆਂ ਹੋਈਆਂ ਕਿ ਤੂੰ ਇਸ ਚੀਜ਼ ਨੂੰ ਇੱਦਾਂ ਛੱਡ ਦੇਈਂ, ਇਵੇਂ ਕਰੀਂ, ਇਹ ਤਾਂ ਸਾਨੂੰ ਇਸ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚੋਂ ਹੀ ਪਤਾ ਲੱਗਾ ਕਿ ਪਰਮੇਸ਼ਵਰ ਸਭ ਦੇ ਲਈ ਇੰਤਜ਼ਾਮ ਕਰਕੇ ਰੱਖ ਰਿਹਾ ਹੈ। ਕੀ ਵਿਧਵਾ ਹੈ, ਕੀ ਯਤੀਮ ਹੈ, ਕੀ ਪਰਦੇਸੀ ਹੈ, ਹਰ ਇੱਕ ਦੇ ਲਈ ਉਸ ਦੇ ਕੋਲ ਇੱਥੇ ਇੰਤਜ਼ਾਮ ਹੈ।
ਉਹ ਵਚਨ ਜੋ ਅਸੀਂ ਮਤੀ ਦੀ ਅੰਜੀਲ ਦੇ ਵਿੱਚ ਵੀ ਪੜ੍ਹਦੇ ਹਾਂ 6 ਅਧਿਆਏ ਦੇ ਵਿੱਚ, ਕਿ ਪਰਮੇਸ਼ਵਰ ਜਦ ਆਕਾਸ਼ ਦੇ ਪੰਛੀਆਂ ਦੇ ਲਈ ਇੰਤਜ਼ਾਮ ਕਰਦਾ ਹੈ ਤਾਂ ਤੁਸੀਂ ਤਾਂ ਉਹਦੇ ਚੁਣੇ ਹੋਏ ਬਹੁਮੁੱਲੇ ਵਿਅਕਤੀ ਹੋ, ਤਾਂ ਤੁਹਾਡੇ ਲਈ ਕਿਉਂ ਨਾ ਕਰੇਗਾ। ਕਿੰਨਾ ਅਦਭੁਤ ਪਰਮੇਸ਼ਵਰ ਹੈ, ਕਿੰਨਾ ਮਹਾਨ ਪਰਮੇਸ਼ਵਰ ਹੈ। ਔਰ ਇੱਥੇ ਬਾਣੀ ਦੱਸਦੀ ਹੈ, ਪਰਮੇਸ਼ਵਰ ਕਹਿੰਦਾ ਹੈ ਕਿ ਮੈਂ ਪਰਦੇਸੀ ਅਤੇ ਯਤੀਮ ਅਤੇ ਵਿਧਵਾ ਦਾ ਪਰਮੇਸ਼ਵਰ ਹਾਂ। ਔਰ ਬਾਈਬਲ ਦੇ ਵਿੱਚ ਜਦੋਂ ਤਿਮੋਥੀਉਸ ਨੂੰ ਵੀ ਪਰਮੇਸ਼ਵਰ ਕਮਾਂਡ ਦਿੰਦਾ ਹੈ ਤਾਂ ਉੱਥੇ ਵੀ ਇਹੀ ਕਹਿੰਦਾ ਹੈ ਕਿ ਵਿਧਵਾ ਅਤੇ ਅਨਾਥਾਂ ਦਾ ਧਿਆਨ ਰੱਖੀ। ਕਿੰਨਾ ਮਹਾਨ ਅਤੇ ਕਿੰਨਾ ਅਦਭੁਤ ਇਹ ਪਰਮੇਸ਼ਵਰ ਦਾ ਵਚਨ ਹੈ। ਇਸ ਨੂੰ ਸਮਝੀਏ ਤਾਂ ਇਸ ਵਿੱਚ ਬਹੁਤ ਸਾਰੀ ਗਹਿਰਾਈ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ, ਔਰ ਉਹ ਗੱਲਾਂ ਸਾਡੇ ਜੀਵਨ ਦੇ ਵਿੱਚ ਸਾਡੇ ਲਈ ਆਸ਼ੀਸ਼ ਦਾ ਕਾਰਨ ਬਣਦੀਆਂ। ਪਰਮੇਸ਼ਵਰ ਨੇ ਆਪਣੀ ਚੁਣੀ ਹੋਈ ਕੌਮ ਨੂੰ ਆਪਣੀ ਵਿਵਸਥਾ ਦਿੱਤੀ ਹੋਈ ਸੀ, ਆਪਣੇ ਨਿਯਮ ਦਿੱਤੇ ਹੋਏ ਸੀ, ਪਰ ਸੰਸਾਰ ਦੇ ਲਈ ਨਿਯਮ ਨਹੀਂ ਸੀ। ਸੰਸਾਰ ਪਾਪ ਦੇ ਵਿੱਚ ਨਸ਼ਟ ਹੋਣ ਵਾਲਾ ਸੀ, ਸੰਸਾਰ ਦੇ ਲਈ ਨਰਕ ਦੀ ਅੱਗ ਸੀ, ਪਰ ਪਰਮੇਸ਼ਵਰ ਨੇ ਆਪਣੇ ਚੁਣੇ ਹੋਇਆਂ ਦੇ ਲਈ, ਆਪਣੇ ਚੁਣੇ ਹੋਏ ਇਸਰਾਇਲ ਦੇ ਲਈ ਹਰ ਇੱਕ ਚੀਜ਼ ਦਾ ਇੰਤਜ਼ਾਮ ਕੀਤਾ ਹੋਇਆ ਸੀ। ਪਰ ਮੈਂ ਧੰਨਵਾਦ ਕਰਦਾ ਹਾਂ ਪਰਮੇਸ਼ਵਰ ਦਾ ਕਿ ਉਸ ਨੇ ਵਿਧਵਾ ਅਤੇ ਯਤੀਮਾਂ ਅਤੇ ਅਨਾਥਾਂ ਦੇ ਲਈ ਵੀ ਇੰਤਜ਼ਾਮ ਕੀਤਾ, ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰੇ ਜੀਵਨ ਨੂੰ ਆਪਣੇ ਕੋਲ ਆਉਣ ਦੇ ਲਈ। ਬਾਈਬਲ ਪਵਿੱਤਰ ਸ਼ਾਸਤਰ ਜਦੋਂ ਮੈਂ ਯੋਹੰਨਾ ਦੀ ਅੰਜੀਲ ਉਸ ਦਾ 14 ਅਧਿਆਏ ਉਸ ਦੀ 18 ਆਇਤ ਨੂੰ ਪੜ੍ਹਦਾ ਹਾਂ ਤਾਂ ਉਸ ਵਿੱਚ ਮੈਨੂੰ ਇਹ ਪਰਮੇਸ਼ਵਰ ਦੀ ਯੋਜਨਾ ਸਮਝ ਆਉਂਦੀ ਹੈ ਜੋ ਸਾਡੇ ਲਈ ਹੈ। 14 ਦੇ 18 ਵਿੱਚ ਲਿਖਿਆ ਹੈ, ਯੋਹੰਨਾ 14 ਦੇ 18 ਵਿੱਚ ਲਿਖਿਆ ਹੋਇਆ ਹੈ, ਮੈਂ ਤੈਨੂੰ ਅਨਾਥ ਨਾ ਛੱਡਾਂਗਾ, ਮੈਂ ਤੇਰੇ ਕੋਲ ਆਉਣਾ ਹਾਂ। ਬੜੇ ਸਾਫ਼ ਰੀਤ ਨਾਲ ਲਿਖਿਆ, ਮੈਂ ਤੈਨੂੰ ਅਨਾਥ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ, ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ। ਜਿਵੇਂ ਪੈਲੀ ਦੇ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਉਹ ਸਿੱਟੇ ਛੱਡਣ ਦੇ ਲਈ ਕਿਹਾ ਸੀ, ਉਹਨਾਂ ਦੇ ਲਈ ਖਾਣ ਦੇ ਲਈ, ਉਹਨਾਂ ਨੂੰ ਆਪਣਾ ਇੰਤਜ਼ਾਮ ਕਰਨ ਦੇ ਲਈ ਉਹ ਛੱਡਿਆ ਹੋਇਆ ਸੀ, ਤਿਵੇਂ ਇੱਥੇ ਪਰਮੇਸ਼ਵਰ ਨੇ ਆਪਣੀ ਕੌਮ ਨੂੰ ਤਾਂ ਚੁਣਿਆ, ਪਰ ਉਸ ਦੇ ਨਾਲ ਮੈਨੂੰ ਚੁਣਨ ਦੇ ਲਈ, ਮੈਨੂੰ ਆਪਣੇ ਕੋਲ ਲਿਆਉਣ ਦੇ ਲਈ ਉਸਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦਾ ਇੰਤਜ਼ਾਮ ਮੇਰੇ ਲਈ ਕੀਤਾ। ਕਹਿੰਦਾ ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ, ਕਿਉਂਕਿ ਮੈਂ ਪਰਦੇਸੀ ਅਤੇ ਯਤੀਮ, ਯਤੀਮ ਨੂੰ ਕਹਿੰਦੇ ਆ ਅਨਾਥ, ਅਤੇ ਵਿਧਵਾ ਦਾ ਪਰਮੇਸ਼ਰ। ਵਿਧਵਾ ਜਿਸ ਦਾ ਪਤੀ ਨਹੀਂ, ਯਤੀਮ ਜਿਸ ਦਾ ਪਿਤਾ ਨਹੀਂ, ਮਾਤਾ ਪਿਤਾ ਹੀ ਨਹੀਂ, ਪਰਦੇਸੀ ਜਿਹੜਾ ਆਪਣੇ ਦੇਸ਼ ਤੋਂ ਬਾਹਰ ਹੈ, ਆਪਣੇ ਰਾਜ ਤੋਂ ਬਾਹਰ ਹੈ। ਇਹ ਤਿੰਨ ਅਜਿਹੇ ਖੰਡ ਹੈ ਜਿਸ ਦੇ ਲਈ ਮੈਨੂੰ ਪਰਮੇਸ਼ਵਰ ਦੀ ਯੋਜਨਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਮਝ ਆਦੀ ਹੈ, ਜਿਸ ਨੇ ਸਭ ਦੇ ਲਈ ਪੂਰਾ ਇੰਤਜ਼ਾਮ ਕੀਤਾ, ਜਿਹੜਾ ਸਭ ਨੂੰ ਦਿੰਦਾ ਹੈ, ਜਿਸ ਨੇ ਸਭ ਨੂੰ ਦੇਣ ਦਾ ਇੰਤਜ਼ਾਮ ਕੀਤਾ। ਕਿੱਦਾਂ? ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਜਦੋਂ ਇਸ ਦੇ ਨਾਲ ਮੈਂ ਰੋਮੀਆਂ ਦੀ ਪੁਸਤਕ ਉਸ ਦਾ 8 ਅਧਿਆਏ ਉਸ ਦੀ 14 ਆਇਤ ਨੂੰ ਪੜ੍ਹਦਾ ਹਾਂ ਤਾਂ ਕਹਿੰਦਾ ਹੈ, ਜਿਨ੍ਹਾਂ ਪਰਮੇਸ਼ਵਰ ਦੀ ਅਗਵਾਈ ਨਾਲ ਚੱਲਦੇ ਹਨ ਉਹ ਪਰਮੇਸ਼ਵਰ ਦੇ ਪੁੱਤਰ ਹਨ, ਕਿਉਂਕਿ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਕਿ ਮੁੜ ਤੁਸੀਂ ਡਰੋ, ਸਗੋਂ ਲਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਹੈ। ਲਪਾਲਕ, ਇਹ ਲਪਾਲਕ ਪੁੱਤਰ ਦਾ ਮਤਲਬ ਕੀ ਹੈ? ਜਦੋਂ ਅਸੀਂ ਇਸ ਨੂੰ ਇੰਗਲਿਸ਼ ਦੇ ਵਿੱਚ ਪੜ੍ਹਦੇ ਹਾਂ ਤਾਂ ਇਸ ਦੇ ਲਈ ਇੱਕ ਸ਼ਬਦ ਆਉਂਦਾ ਹੈ ਜਿਸ ਨੂੰ ਅਸੀਂ ਬੜੇ ਵਿਸਤਾਰ ਦੇ ਨਾਲ ਸਮਝਾਉਂਦੇ ਹਾਂ। For you have not received a spirit of slavery
leading to fear again. You received a spirit, adoption us, son, by which we carry out Abba and fathers. ਇਸ ਦਾ ਅਰਥ ਕੀ ਹੈ ਕਿ ਪਰਮੇਸ਼ਵਰ ਨੇ ਮੈਨੂੰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਡਾਪਟ ਕੀਤਾ। ਅਡਾਪਟ ਦਾ ਮਤਲਬ ਮੈਨੂੰ ਗੋਦ ਲੈ ਲਿਆ। ਗੋਦ ਦਾ ਮਤਲਬ ਹੈ ਪਾਲਕ ਪੁੱਤਰ ਹੋਣ ਦਾ ਹੱਕ ਦੇ ਦਿੱਤਾ। ਇਹਦਾ ਮਤਲਬ ਜਿਸ ਨੂੰ ਗੋਦ ਲਿਆ ਜਾਂਦਾ ਹੈ ਉਸ ਦੇ ਲਈ ਉਸ ਦੀ ਸਾਰੀ ਸੰਪਤੀ ਉਸ ਨੂੰ ਦਿੱਤੀ ਜਾਂਦੀ ਹੈ। ਮੇਰੇ ਬ੍ਰਦਰ ਨੇ ਬੱਚੇ ਨੂੰ ਅਡਾਪਟ ਕੀਤਾ ਔਰ ਜਦੋਂ ਅਡਾਪਟ ਕੀਤਾ ਤਾਂ ਉਸ ਤੋਂ ਲਿਖਾਇਆ ਗਿਆ ਕਿ ਜਿਹੜੀ ਤੇਰੀ ਸੰਪਤੀ ਹੈ ਉਸ ਦੀ ਹੈ। ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਰਾਹੀਂ ਮੈਨੂੰ ਅਡਾਪਟ ਕੀਤਾ। ਇਸ ਦਾ ਮਤਲਬ ਹੈ ਪਰਮੇਸ਼ਵਰ ਨੇ ਮੈਨੂੰ ਆਪਣੇ ਪੁੱਤਰ ਵਿੱਚ ਸਭ ਕੁਝ ਦੇ ਦਿੱਤਾ। ਇਹਦਾ ਮਤਲਬ ਆਪਣੀ ਸੰਤਾਨ ਹੋਣ ਦਾ ਹੱਕ ਦੇ ਦਿੱਤਾ, ਆਪਣੇ ਸਵਰਗ ਰਾਜ ਦਾ ਹੱਕ ਦੇ ਦਿੱਤਾ, ਆਪਣੀ ਧਾਰਮਿਕਤਾ ਦਾ ਹੱਕ ਦੇ ਦਿੱਤਾ, ਆਪਣਾ ਆਨੰਦ ਮੈਨੂੰ ਦੇ ਦਿੱਤਾ, ਆਪਣੀ ਸ਼ਾਂਤੀ ਮੈਨੂੰ ਦੇ ਦਿੱਤੀ। ਸਭ ਕੁਝ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਰਾਹੀਂ ਦੇ ਦਿੱਤਾ। ਕਹਿੰਦਾ ਮੈਂ ਆਪਣੀ ਜਾਨ ਤੇਰੇ ਲਈ ਦਿੰਦਾ ਹਾਂ। ਕਿਉਂ ਦਿੱਤੀ? ਕਾਹਦੇ ਲਈ ਦਿੱਤੀ? ਕਿ ਮੈਂ ਪਰਮੇਸ਼ਵਰ ਦੇ ਜਿਸ ਹੱਕ ਨੂੰ ਬਾਬੇ ਆਦਮ ਤੋਂ ਖੋ ਚੁੱਕਾ ਸੀ ਉਸ ਨੂੰ ਮੈਂ ਪ੍ਰਾਪਤ ਕਰਾਂ। ਇਸ ਦੀ ਛਾਂ, ਇਸ ਦੀ ਸ਼ੈਡੋ ਦਾ ਜੋ ਸਾਨੂੰ ਕਾਰਜ ਮਿਲਦਾ ਹੈ, ਮੈਂ ਉਸ ਨੂੰ ਪੜ੍ਹ ਕੇ ਪਰਮੇਸ਼ਵਰ ਦੇ ਵਿੱਚ ਮੈਂ ਆਪਣੇ ਆਪ ਨੂੰ ਇਹ ਸਮਝਦਾ ਹਾਂ ਕਿ ਪਰਮੇਸ਼ਵਰ ਨੇ ਕਿੰਨਾ ਅਦਭੁਤ ਕੰਮ ਸਾਡੇ ਲਈ ਕੀਤਾ। ਆਹਾਬ, ਮੈਂ ਰਹਾਬ ਦੇ ਬਾਰੇ ਗੱਲ ਕਰਦਾ ਹਾਂ। ਜਿਸ ਰਹਾਬ ਜਿਹੜੀ ਵੇਸ਼ਿਆ ਸੀ, ਜੋ ਯਹੋਸ਼ੂ ਦੇ ਸਮੇਂ ਦੇ ਵਿੱਚ ਭੇਤੀਏ ਭੇਤ ਲੈਣ ਆਏ ਸੀ, ਉਹਨਾਂ ਨੂੰ ਉਸਨੇ ਆਪਣੇ ਕੋਲ ਰੱਖਿਆ ਅਤੇ ਉਹਨਾਂ ਨੂੰ ਬਚਾਇਆ। ਤੇ ਉਹਨਾਂ ਦੇ ਨਾਲ ਉਹਨਾਂ ਲੋਕਾਂ ਨੇ ਉਸ ਦੇ ਨਾਲ ਵਾਅਦਾ ਕੀਤਾ ਜਦੋਂ ਅਸੀਂ ਇਸ ਦੇਸ਼ ਦੇ ਵਿੱਚ ਆਵਾਂਗੇ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਜੋ ਵੀ ਅੰਦਰ ਹੋਵੇਗਾ ਉਹ ਸਭ ਨੂੰ ਛੱਡ ਦੇਵਾਂਗੇ, ਪਰ ਇਹ ਲਾਲ ਡੋਰੀ ਸੂਤ ਦੀ ਉੱਤੇ ਬੰਨ ਕੇ ਰੱਖੀ। ਲਾਲ ਡੋਰੀ ਇਹ ਸੂਤ ਦੀ ਬੰਨ ਕੇ ਰੱਖੀ। ਉਹ ਸੂਤ ਦੀ ਡੋਰੀ ਇਸ ਚੀਜ਼ ਦਾ ਪ੍ਰਤੀਕ ਹੈ ਕਿ ਪਰਮੇਸ਼ਰ ਪੁੱਤਰ ਨੇ ਮੇਰੇ ਅਤੇ ਆਪ ਦੇ ਲਈ, ਜਿਹੜੇ ਅਨਾਥ ਸੀ, ਜਿਹੜੇ ਪਰਦੇਸੀ ਸੀ, ਜਿਹੜੇ ਵਿਧਵਾ ਦੇ ਅਧੀਨ ਸੀ, ਉਹਨਾਂ ਨੂੰ ਮੁੜ ਪਿਤਾ ਦੇ ਹੱਕ ਪ੍ਰਾਪਤ ਕਰਨ ਦੇ ਲਈ, ਮੁੜ ਪੁੱਤਰ ਦਾ ਹੱਕ ਪ੍ਰਾਪਤ ਕਰਨ ਦੇ ਲਈ, ਮੁੜ ਆਪਣੇ ਉਸ ਸਥਾਨ ਦਾ ਹੱਕ ਪ੍ਰਾਪਤ ਕਰਨ ਲਈ ਜਿਸ ਨੂੰ ਅਸੀਂ ਖੋ ਚੁੱਕੇ ਸੀ, ਅਸੀਂ ਉਸ ਦੇ ਪੁੱਤਰ ਦੇ ਰਾਹੀਂ ਪ੍ਰਾਪਤ ਕਰ ਸਕੀਏ। 17 ਦੇ ਵਿੱਚ ਉਹ ਹੱਕ ਦਿੱਤਾ ਹੈ। ਜਦੋਂ ਰੋਮੀਆਂ 8 ਦਾ 17 ਪੜ੍ਹਦੇ, ਜੇ ਅਸੀਂ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ। ਜਿਸ ਨੇ ਸਾਨੂੰ ਗੋਦ ਲੈ ਲਿਆ, ਜਿਸ ਨੇ ਸਾਨੂੰ ਆਪਣੀ ਸੰਤਾਨ ਬਣਾ ਲਿਆ, ਜਿਸ ਨੇ ਸਾਨੂੰ ਆਪਣੀ ਗੋਦ ਦੇ ਵਿੱਚ ਸਾਨੂੰ ਲੈ ਕੇ ਉਸ ਦਾ ਮੁੱਲ ਚੁਕਾ ਦਿੱਤਾ, ਪਿਆਰੋ, ਉਸ ਦੇ ਵਿੱਚ ਅਸੀਂ ਉਸ ਸਵਰਗ ਰਾਜ ਦੇ ਅਧਿਕਾਰੀ ਵੀ ਹਾਂ। ਇਹਦਾ ਮਤਲਬ ਪਰਮੇਸ਼ਵਰ ਆਪਣੇ ਪੁੱਤਰ ਦੇ ਵਿੱਚ, ਪ੍ਰਭੂ ਯਿਸੂ ਮਸੀਹ ਦੇ ਵਿੱਚ ਮੈਨੂੰ ਸਭ ਕੁਝ ਦਿੰਦਾ ਹੈ। ਸਭ ਕੁਝ ਦਿੰਦਾ ਹੈ। ਕਿਸ ਤਰ੍ਹਾਂ ਸਾਨੂੰ ਇਹ ਤਸੱਲੀ ਹੁੰਦੀ ਹੈ ਕਿ ਪਰਮੇਸ਼ਵਰ ਆਪਣੇ ਪੁੱਤਰ ਦੇ ਵਿੱਚ ਸਾਨੂੰ ਸਭ ਕੁਝ ਦਿੰਦਾ ਹੈ? ਅਸੀਂ ਜਦੋਂ ਅਫਸੀਆਂ ਦੀ ਪੁਸਤਕ ਉਸ ਦਾ 1 ਅਧਿਆਇ ਉਸ ਦੀ 3 ਆਇਤ ਪੜ੍ਹਦੇ ਹਾਂ ਤਾਂ ਲਿਖਿਆ, ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ, ਜਿਹਨੇ ਮਸੀਹ ਵਿੱਚ ਸਵਰਗੀय ਥਾਵਾਂ ਵਿੱਚ ਸਭ ਪ੍ਰਕਾਰ ਦੀ ਆਤਮਿਕ ਬਰਕਤਾਂ ਨਾਲ, ਸਭ ਪ੍ਰਕਾਰ ਦੀ, ਕੁਝ ਵੀ ਨਹੀਂ ਰੱਖ ਛੱਡਿਆ, ਸਭ ਕੁਝ ਮੇਰੇ ਅਤੇ ਆਪ ਦੇ ਲਈ ਦੇ ਦਿੱਤਾ। ਪਰ ਮਿਲਣਾ ਕਿੱਦਾਂ ਹੈ? ਸਵਾਲ ਇਹ ਹੈ, ਮਿਲਣਾ ਕਿੱਦਾਂ ਹੈ? ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਾਂਗੇ। ਜਦ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨ ਲਵਾਂਗੇ ਕਿ ਉਹ
ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ। ਹੁਣ ਉਹ ਮੇਰਾ ਪ੍ਰਭੂ ਹੈ। ਕਿਵੇਂ ਸਾਨੂੰ ਉਹ ਸਭ ਕੁਝ ਦਿੰਦਾ? ਆਪਣੇ ਪੁੱਤਰ ਦੇ ਵਿੱਚ, ਜਿਸ ਦੇ ਉੱਤੇ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ, ਜਿਸ ਦੇ ਲਈ ਅਸੀਂ ਕਹਿੰਦੇ ਹਾਂ ਪਰਮੇਸ਼ਰ ਪਿਤਾ ਆਪਣਾ ਪੁੱਤਰ ਜੋ ਤੈਂ ਮੇਰੇ ਲਈ ਦਿੱਤਾ ਹੈ, ਮੈਂ ਉਸ ਦੇ ਉੱਤੇ ਵਿਸ਼ਵਾਸ ਕਰਦਾ ਹਾਂ ਕਿ ਉਸ ਨੇ ਮੇਰੇ ਪਾਪੀ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਸਾਰਾ ਕਰਜ਼ ਚੁਕਾ ਦਿੱਤਾ ਆਪਣਾ ਲਹੂ ਬਹਾ ਕੇ। ਮੈਂ ਇਸ ਗੱਲ ਦਾ ਇਕਰਾਰ ਕਰਦਾ ਹਾਂ, ਮੈਂ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਦਾ ਹਾਂ। ਤਦ ਪਰਮੇਸ਼ਰ ਦੀ ਮੁਕਤੀ ਮੇਰੇ ਜੀਵਨ ਦੇ ਵਿੱਚ ਆ ਜਾਂਦੀ ਹੈ। ਜਦੋਂ ਪਰਮੇਸ਼ਰ ਦੀ ਮੁਕਤੀ ਮੇਰੇ ਵਿੱਚ ਆ ਜਾਂਦੀ ਹੈ ਤਾਂ ਮੇਰੇ ਵਿੱਚ ਪਰਮੇਸ਼ਰ ਪੁੱਤਰ ਹੋਣ ਦਾ ਹੱਕ ਵੀ ਆ ਜਾਂਦਾ ਹੈ। ਜਦੋਂ ਹੱਕ ਆ ਜਾਂਦਾ ਹੈ ਤਾਂ ਅਧਿਕਾਰ ਵੀ ਆ ਜਾਂਦਾ ਹੈ। ਜਦੋਂ ਅਧਿਕਾਰ ਆ ਜਾਂਦਾ ਹੈ ਤਾਂ ਮੈਂ ਉਸ ਜਗ੍ਹਾ ਦਾ, ਜਿਸ ਜਗ੍ਹਾ ਦਾ ਮੈਂ ਅਧਿਕਾਰ ਮੈਨੂੰ ਮਿਲਿਆ ਹੈ, ਉਸ ਜਗ੍ਹਾ ਦਾ ਮੈਂ ਵਾਰਿਸ ਬਣ ਜਾਂਦਾ। ਕਿੰਨੀ ਵੱਡੀ ਗੱਲ, ਕਿੰਨੀ ਅਦਭੁਤ ਗੱਲ ਉਹਨਾਂ ਸਿੱਟੇ ਚੁਗਣ ਦੇ ਵਿੱਚ ਹੈ। ਉਹ ਪਰਮੇਸ਼ਵਰ ਨੇ ਪਰਦੇਸੀ ਅਤੇ ਯਤੀਮ ਅਤੇ ਵਿਧਵਾ ਦੇ ਲਈ ਠਹਿਰਾਈ ਹੈ। ਇਹਦਾ ਮਤਲਬ ਅਸੀਂ ਉਸ ਦੇ ਵਿੱਚ ਪਹਿਲਾ ਇੰਤਜ਼ਾਮ ਕੀਤੇ ਗਏ ਸੀ। ਕਿਉਂ? ਜਦੋਂ ਅਸੀਂ ਅਫਸੀਆਂ ਦੀ ਪੁਸਤਕ 1:4 ਪੜ੍ਹਦੇ ਹਾਂ ਤਾਂ ਇਹ ਇੰਤਜ਼ਾਮ ਪਰਮੇਸ਼ਰ ਦਾ ਮੇਰੇ ਲਈ ਪਹਿਲਾਂ ਤੋਂ ਸੀ। ਪਹਿਲਾਂ ਤੋਂ ਹੀ ਉਹਨੇ ਮੇਰੇ ਲਈ ਸਭ ਕੁਝ ਕੀਤਾ ਸੀ। ਕੀ ਕਹਿੰਦਾ ਹੈ? ਕਹਿੰਦਾ ਜਿਵੇਂ ਉਸਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਇਹ ਪਰਮੇਸ਼ਵਰ ਦਾ ਇੰਤਜ਼ਾਮ ਹੈ। ਇਹ ਪਰਮੇਸ਼ਵਰ ਮੇਰੇ ਲਈ ਸਭ ਕੁਝ ਪਹਿਲੇ ਕਰਕੇ ਰੱਖਿਆ ਹੈ, ਪਰ ਉਸਨੇ ਆਪਣੇ ਸਮੇਂ ਦੇ ਉੱਤੇ ਮੇਰੇ ਉੱਤੇ ਪ੍ਰਗਟ ਕਰ ਦਿੱਤਾ ਹੈ। ਕਹਿੰਦਾ ਜਦ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਵਰ ਦੇ ਪੁੱਤਰ ਨੇ ਮੇਰੇ ਲਈ ਆਪਣੀ ਜਾਨ ਦੇ ਕੇ ਮੈਨੂੰ ਮੁੱਲ ਖਰੀਦ ਲਿਆ। ਜਦ ਸਮਾਂ ਪੂਰਾ ਹੋਇਆ, ਸਮੇਂ ਤੋਂ ਪਹਿਲਾਂ ਕੁਝ ਨਹੀਂ। ਮੈਂ ਕਈ ਵਾਰ ਸੋਚਦਾ ਮੈਂ ਕ੍ਰਿਸਚਨ ਪਰਿਵਾਰ 'ਚ ਕਿਉਂ ਨਹੀਂ ਪੈਦਾ, ਲੇਕਿਨ ਪਰਮੇਸ਼ਵਰ ਦਾ ਇਹ ਮੇਰੇ ਜੀਵਨ ਦੇ ਵਿੱਚ ਸਮੇਂ ਨਿਯੁਕਤ ਸੀ ਕਿ ਮੈਂ ਇਸ ਸਮੇਂ ਦੇ ਅਨੁਸਾਰ ਔਰ ਇਸ ਪਰਿਵਾਰ ਦੇ ਰਾਹੀਂ ਪਰਮੇਸ਼ਵਰ ਦੀ ਮਹਿਮਾ ਦੇ ਲਈ ਚੁਣਿਆ ਜਾਵਾਂ। ਇਹ ਅਦਭੁਤ ਹੈ। ਪਰਮੇਸ਼ਵਰ ਸਭ ਨੂੰ ਦਿੰਦਾ ਹੈ, ਪਰ ਆਪਣੇ ਪੁੱਤਰ ਦੇ ਰਾਹੀਂ। ਪਰਮੇਸ਼ਵਰ ਸਭ ਕੁਝ ਮੇਰੇ ਅਤੇ ਆਪ ਨੂੰ ਦਿੰਦਾ ਹੈ ਆਪਣੇ ਪੁੱਤਰ ਦੇ ਰਾਹੀਂ। ਕਿਉਂ? ਕਿਉਂਕਿ ਜਦੋਂ ਅਸੀਂ ਮਤੀ ਰਚੀ ਸੁਸਮਾਚਾਰ ਉਸ ਦਾ 28 ਅਧਿਆਏ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਜਦੋਂ ਅਸੀਂ 18 ਆਇਤ ਦੇ ਉੱਤੇ ਧਿਆਨ ਕਰਦੇ ਹਾਂ, 18 ਆਇਤ ਦੇ ਵਿੱਚ, ਤਦ ਉਸਨੇ ਇੱਕ ਗੱਲ ਕਹੀ ਹੈ। ਕਹਿੰਦੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਜਿਸ ਨੂੰ ਅਧਿਕਾਰ ਦਿੱਤਾ ਗਿਆ ਹੈ ਉਹੀ ਸਭ ਨੂੰ ਸਭ ਕੁਝ ਦੇ ਸਕਦਾ ਹੈ। ਇਸ ਲਈ ਪਿਆਰੋ, ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਵਰ ਦੇ ਨੇੜੇ ਆਉਣਾ ਹੈ। ਪਰਮੇਸ਼ਵਰ ਨੇ ਮੇਰੇ ਲਈ ਇੰਤਜ਼ਾਮ ਕਰ ਦਿੱਤਾ ਹੈ, ਲੇਕਿਨ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਵਰ ਦੇ ਕੋਲ ਆਉਣਾ ਹੈ ਔਰ ਉਹਦੇ ਰਾਹੀਂ ਅਸੀਂ ਪਰਮੇਸ਼ਵਰ ਦੇ ਕੋਲ ਆ ਸਕਦੇ ਹਾਂ। ਇਸੇ ਕਰਕੇ ਤਾਂ ਬਾਈਬਲ ਦੇ ਵਿੱਚ ਯੋਹੰਨਾ 14:6 ਦੇ ਵਿੱਚ ਕਿਹਾ ਹੈ, ਪ੍ਰਭੂ ਯਿਸੂ ਮਸੀਹ ਨੇ ਕਿਹਾ, ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ, ਬਿਨਾਂ ਮੇਰੇ ਦੁਆਰਾ ਕੋਈ ਪਿਤਾ ਕੋਲ ਨਹੀਂ ਆ ਸਕਦਾ। ਇਹਦਾ ਮਤਲਬ ਐਂਟਰੀ ਪ੍ਰਭੂ ਯਿਸੂ ਮਸੀਹ ਹੀ ਹੈ, ਕਿਉਂਕਿ ਪਰਮੇਸ਼ਵਰ ਨੇ ਮੇਰੇ ਲਈ ਇੰਤਜ਼ਾਮ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕੀਤਾ ਹੈ। ਸਭ ਕੁਝ ਜੋ ਕੁਝ ਵੀ ਹੈ ਉਸ ਨੇ ਪੁੱਤਰ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਕਰ ਦਿੱਤਾ ਹੈ। ਮੈਂ ਉਸ ਦੇ ਲਈ ਉਸ ਦਾ ਧੰਨਵਾਦ ਕਰਦਾ ਹਾਂ, ਮੈਂ ਉਸ ਦੀ ਵਡਿਆਈ ਕਰਦਾ, ਮੈਂ ਉਸ ਦੀ ਇੱਜ਼ਤ ਕਰਦਾ। ਇਸ ਲਈ ਪਿਆਰੋ, ਜੋ ਪਰਮੇਸ਼ਵਰ ਨੇ ਸਭ ਕੁਝ ਮੈਨੂੰ ਦਿੱਤਾ ਹੈ ਆਪਣੇ ਪੁੱਤਰ ਦੇ ਰਾਹੀਂ, ਅਸੀਂ ਉਸ ਪਰਮੇਸ਼ਵਰ ਪੁੱਤਰ ਦਾ ਧੰਨਵਾਦ ਕਰਨਾ ਹੈ। ਜੇ ਹਜੇ ਤੱਕ ਮੈਨੂੰ ਨਹੀਂ ਮਿਲਿਆ ਹੈ, ਹਜੇ ਵੀ ਮੈਂ ਅਨਾਥ ਹਾਂ, ਹਜੇ ਹੀ ਮੈਂ ਪਰਦੇਸੀ ਹਾਂ, ਹਜੇ ਵੀ ਮੈਂ ਵਿਡੋ ਹਾਂ, ਤਾਂ ਸਾਨੂੰ ਉਸ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਵਿਸ਼ਵਾਸ ਕਰਨਾ ਹੈ। ਔਰ ਇਹ ਸਾਰਾ ਇਖਤਿਆਰ, ਇੱਕ ਪਰਦੇਸੀ ਉਸ ਨੂੰ ਇੱਕ ਪੂਰੀ ਸਥਾਨ, ਇੱਕ ਪੂਰੀ ਜਗ੍ਹਾ ਮਿਲਣੀ ਹੈ। ਇੱਕ ਯਤੀਮ ਉਸ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਮਿਲਦਾ ਹੈ। ਇੱਕ ਵਿਧਵਾ ਜਿਸ ਨੂੰ
ਉਸ ਦੇ ਪਤੀ ਹੋਣ ਦਾ ਹੱਕ ਮਿਲਦਾ ਹੈ ਮਾਤਰ ਪ੍ਰਭੂ ਯਿਸੂ ਮਸੀਹ ਦੇ। ਇਸ ਲਈ ਆਓ ਅਸੀਂ ਉਸ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰੀਏ ਅਤੇ ਜੋ ਇੰਤਜ਼ਾਮ, ਜੋ ਹੱਕ, ਜੋ ਸਭ ਕੁਝ ਪਰਮੇਸ਼ਰ ਨੇ ਉਸ ਦੇ ਪੁੱਤਰ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਦਿੱਤਾ ਹੈ, ਉਸ ਨੂੰ ਪ੍ਰਾਪਤ ਕਰ ਸਕੀਏ। ਪ੍ਰਭੂ ਆਪ ਨੂੰ ਇਸ ਵਚਨ ਦੇ ਰਾਹੀਂ ਆਸ਼ੀਸ਼ ਦੇਵੇ। ਜੈ ਮਸੀਹ ਦੀ।